ऑन टीवी ਦੇ ਨਾਲ ਤੁਸੀਂ ਬਣੇ ਹੋਏ ਹੋ। ਮੈਂ ਹਾਂ ਸੁਖ ਸੋਹਲ। ਐਫਸੀਆਈ ਗੋਦਾਮਾਂ ਨੂੰ ਘੇਰਦੇ ਹੋਏ ਅੱਜ ਦੇਸ਼ ਭਰ ਦੇ ਵਿੱਚ ਦੇਸ਼ ਦੇ ਕਿਸਾਨਾਂ ਵੱਲੋਂ ਕੇਂਦਰ ਦੇ ਵਿਰੁੱਧ ਵੱਡਾ ਹੱਲਾ ਬੋਲਿਆ ਹੋਇਆ ਹੈ। ਜਦੋਂ ਹੁਣ ਕੇਂਦਰ ਸਰਕਾਰ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇਣ ਦੇ ਮੁੱਦੇ ਤੇ ਅੜੀ ਹੋਈ ਹੈ ਤਾਂ ਕੇਂਦਰ ਦੇ ਇਸ ਫੈਸਲੇ ਦੇ ਵਿਰੁੱਧ ਅੱਜ ਦੇਸ਼ ਭਰ ਦੇ ਵਿੱਚ ਕਿਸਾਨਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ, ਧਰਨੇ ਕੀਤੇ ਜਾ ਰਹੇ ਨੇ ਤੇ ਨਾਲ ਦੇ ਨਾਲ ਐਫਸੀਆਈ ਗੋਦਾਮਾਂ ਦਾ ਸ਼ਾਮ 6 ਵਜੇ ਤੱਕ ਪੂਰਨ ਤੌਰ ਦੇ ਉੱਤੇ ਘਿਰਾਓ ਦਾ ਐਲਾਨ ਕੀਤਾ ਗਿਆ ਹੈ। ਪੂਰੇ ਭਾਰਤ ਸਮੇਤ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਵੱਲੋਂ ਇਸ ਘਿਰਾਓ ਨੂੰ ਸਫਲ ਬਣਾਉਣ ਦੇ ਲਈ ਧਰਨੇ ਦਿੱਤੇ ਜਾ ਰਹੇ ਨੇ ਤੇ ਦੇਖਣ ਦੇ ਵਿੱਚ ਆਇਆ ਹੈ ਕਿ ਇੱਕ ਤਰ੍ਹਾਂ ਦੇ ਨਾਲ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਸਿੱਧੀ ਅਦਾਇਗੀ ਦੇ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਚੁੱਕੀ ਹੈ ਕਿ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ। ਪੰਜਾਬ ਦੇ ਆੜਤੀ, ਦੇਸ਼ ਭਰ ਦੇ ਆੜਤੀ ਵੀ ਜਿਹੜੇ ਨੇ ਉਹ ਇਸ ਫੈਸਲੇ ਤੋਂ ਖਫਾ ਨੇ, ਕਿਸਾਨ ਵੀ ਖਫਾ ਨੇ ਤੇ ਕਿਸਾਨਾਂ ਤੇ ਆੜਤੀਆਂ ਵੱਲੋਂ ਮਿਲ ਕੇ ਅੱਜ ਇਸ ਫੈਸਲੇ ਦੇ ਵਿਰੁੱਧ ਵੱਡਾ ਬਿਗਲ ਵਜਾਇਆ ਗਿਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਤੋਂ ਇਹ ਐਲਾਨ ਕੀਤਾ ਗਿਆ ਸੀ ਕਿ ਅੱਜ ਦੇ ਦਿਨ ਐਫਸੀਆਈ ਗੋਦਾਮਾਂ ਦਾ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਉਸੇ ਹੀ ਐਲਾਨ ਦੇ ਉੱਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਇਕੱਠ ਹੋਏ ਨੇ ਸ਼ਹਿਰਾਂ ਦੇ ਵਿੱਚ। ਕਿਸਾਨਾਂ ਦੀਆਂ ਟਰਾਲੀਆਂ ਤੇ ਕਿਸਾਨ, ਨੌਜਵਾਨ, ਬਜ਼ੁਰਗ, ਬੀਬੀਆਂ, ਮਾਤਾਵਾਂ ਇੱਕ ਵਾਰ ਫਿਰ ਜਿਹੜਾ ਹੈ ਪੂਰੇ ਰੋਹ ਦੇ ਨਾਲ ਪਹੁੰਚਦੀਆਂ ਦਿਖਾਈ ਦੇ ਰਹੀਆਂ ਨੇ। ਭਰ ਗਰਮੀ ਦੇ ਵਿੱਚ ਕਿਸਾਨਾਂ ਦਾ ਇਹ ਜੋਸ਼ ਪਿਛਲੇ 1 ਸਾਲ ਤੋਂ ਦੇਖਣ ਨੂੰ ਮਿਲ ਰਿਹਾ ਹੈ। ਚਾਹੇ ਦਿੱਲੀ ਦੇ ਵਿੱਚ ਧਰਨੇ ਲੱਗੇ ਹੋ ਪਿਛਲੇ 4 ਮਹੀਨੇ ਤੋਂ ਜਾਂ ਫਿਰ ਜੂਨ ਮਹੀਨੇ ਤੋਂ ਲੈ ਕੇ ਪੰਜਾਬ 'ਚ ਚੱਲਦੇ ਨਿਰੰਤਰ ਧਰਨਿਆਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਜਥੇਬੰਦੀਆਂ, ਕਿਸਾਨ ਆਗੂ ਤੇ ਬਾਕੀ ਵੀ ਕਿਸਾਨ ਜਿਹੜੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਡਟੇ ਹੋਏ ਨੇ। ਅੱਜ ਵੀ ਪੰਜਾਬ ਦੇ ਟੋਲ ਪਲਾਜ਼ਿਆਂ ਦੇ ਉੱਤੇ ਧਰਨੇ ਚੱਲ ਰਹੇ ਨੇ, ਅੱਜ ਵੀ ਪੰਜਾਬ ਦੇ ਰਿਲਾਇੰਸ ਮੋਲਾਂ ਦੇ ਬਾਹਰ ਧਰਨੇ ਚੱਲ ਰਹੇ ਨੇ ਤੇ 176 ਤੋਂ 77 ਦਿਨ ਹੋ ਚੁੱਕੇ ਨੇ ਕਿ ਕਿਸਾਨ ਲਗਾਤਾਰ ਡਟੇ ਹੋਏ ਨੇ ਤੇ ਅੱਜ ਐਫਸੀਆਈ ਗੋਦਾਮਾਂ ਦੇ ਘਿਰਾਓ ਦੇ ਉੱਤੇ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਵੱਲੋਂ ਪਹੁੰਚ ਕੇ ਇਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਕਿਸਾਨ ਆਗੂ ਆਪਣੀਆਂ ਤਕਰੀਰਾਂ ਕਰ ਰਹੇ ਨੇ। ਕਿਸਾਨ ਆਗੂ ਜਿਹੜੇ ਨੇ ਇਸ ਫੈਸਲੇ ਦੇ ਵਿਰੁੱਧ ਆਪਣਾ ਰੋਸ ਜਤਾ ਰਹੇ ਨੇ। ਸੋ ਅਸੀਂ ਗੱਲ ਕਰਾਂਗੇ ਬਾਈ ਜੀ, ਜਿਹੜਾ ਫੈਸਲਾ ਸਿੱਧੀ ਅਦਾਇਗੀ ਦਾ ਜਿਹਦੇ ਵਿਰੁੱਧ ਅੱਜ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ, ਕੀ ਲੱਗਦਾ ਹੈ ਕਿ ਸਰਕਾਰ ਮੰਨੇਗੀ ਇਸ ਗੱਲ ਨੂੰ ਜਿਹੜੀ ਅਦਾਇਗੀ ਉਹ ਆੜਤੀਆਂ ਰਾਹੀਂ ਹੋਵੇਗੀ? ਦੇਖੋ, ਸਰਕਾਰ ਕਿਤੇ ਨਾ ਕਿਤੇ ਸਾਜ਼ਿਸ਼ ਦੀ ਬੂ ਆ ਰਹੀ ਹੈ ਇਸ ਵਿੱਚੋਂ ਵੀ। ਜਦੋਂ ਸੁਪਰੀਮ ਕੋਰਟ ਨੇ ਤਿੰਨੇ ਬਿੱਲਾਂ ਤੇ, ਤਿੰਨੇ ਐਕਟਾਂ ਤੇ ਰੋਕ ਲਾਤੀ ਤਾਂ ਇੱਕ ਇਹਨਾਂ ਨੇ ਕਿਸਾਨਾਂ ਨੂੰ ਲੁੱਟਣ ਦੀ ਨੀਅਤ ਨਾਲ ਸਿੱਧੀ ਖਰੀਦ ਦੀ ਕੋਸ਼ਿਸ਼ ਕੀਤੀ। ਸਿੱਧੀ ਖਰੀਦ ਕਰਕੇ ਕਿਸਾਨਾਂ ਦੇ ਖਾਤੇ 'ਚ ਪੈਸੇ ਪਾਏ ਜਾਣਗੇ ਤੇ ਨਾਲ ਹੀ ਨਾਲ ਜਦੋਂ ਇਹ ਕਿਹਾ ਜਾਂਦਾ ਹੈ ਵੀ ਆੜਤੀਏ ਵਿੱਚੋਂ ਬਾਹਰ ਕੱਢਣੇ ਨੇ ਇਸ ਗੱਲ ਨੂੰ ਲੈ ਕੇ ਤਾਂ ਕਿ ਉਹ ਬਾਹਰਲੀ ਫਸਲ ਲੈ ਕੇ ਸੂਬਿਆਂ ਵਿੱਚ ਵੇਚੀ ਜਾਂਦੀ ਹੈ ਤੇ ਐਫਸੀਆਈ ਨੂੰ ਇਸ ਗੱਲ ਦਾ ਘਾਟਾ ਪੈਂਦਾ। ਦੇਖੋ, ਜਦੋਂ ਦੂਜੇ ਪਾਸੇ ਇੱਕ ਅੰਤਰਰਾਜੀ ਕਾਨੂੰਨ ਬਣਾਇਆ ਤਿੰਨਾਂ ਕਾਨੂੰਨਾਂ ਦੇ ਵਿੱਚ ਇੱਕ ਅੰਤਰਰਾਜੀ ਕਾਨੂੰਨ ਵਿੱਚ ਜਿੱਥੇ ਮਰਜ਼ੀ ਫਸਲ ਵੇਚੀ ਜਾ ਸਕਦੀ, ਜਿੱਥੇ ਮਰਜ਼ੀ ਖਰੀਦੀ ਜਾ ਸਕਦੀ ਹੈ ਤੇ ਕੋਈ ਵੀ ਇੱਥੇ ਬੰਦਿਸ਼ ਨਹੀਂ ਹੈਗੀ। ਜਦੋਂ ਅਸੀਂ ਕਿਤੇ ਵੀ ਫਸਲ ਵੇਚ ਸਕਦੇ ਹਾਂ, ਖਰੀਦ ਕਰ ਸਕਦੇ ਹਾਂ ਤੇ ਫਿਰ ਇਹ ਐਫਸੀਆਈ ਦਾ ਸਿੱਧਾ ਕਾਨੂੰਨ ਕਿਉਂ? ਜਦੋਂ ਅਸੀਂ ਕਿਤੇ ਵੀ ਵੇਚ ਸਕਦੇ ਹਾਂ ਤਾਂ ਫਿਰ ਕੋਈ ਬੰਦਿਸ਼ ਨਹੀਂ ਹੈਗੀ ਤਾਂ ਫਿਰ ਆੜਤੀਏ ਵਿੱਚੋਂ ਬਾਹਰੋਂ ਫਸਲ ਲੈ ਕੇ ਇੱਥੇ ਵੇਚਦੇ ਨੇ, ਇਹਦੇ ਕੋਈ ਤਰਕ ਹੀ ਨਹੀਂ ਹੈਗਾ। ਸੋ ਬਿਲਕੁਲ ਹੀ ਸਰਕਾਰ ਕੋਝੀਆਂ ਸਾਜ਼ਿਸ਼ਾਂ ਤੇ ਉਤਰੀ ਹੋਈ ਹੈ। ਸੁਪਰੀਮ ਕੋਰਟ ਦੀ ਸਟੇ ਦੇ ਬਾਵਜੂਦ ਨਿੱਜੀਕਰਨ ਘਰਾਣਿਆਂ ਨੂੰ, ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਸਟੇ ਦੇ ਉੱਪਰੋਂ ਦੀ ਟੇਢਾ ਕਾਨੂੰਨ ਕੱਢਿਆ ਗਿਆ ਤਾਂ ਕਿ ਜ਼ਿਮੀਂਦਾਰ ਨੂੰ ਨੁਕਸਾਨ ਕੀਤਾ। ਨੁਕਸਾਨ ਕੀ ਸਮਝਦੇ ਹੋ ਜੇ ਸਿੱਧੀ ਅਦਾਇਗੀ ਹੁੰਦੀ ਹੈ ਕਿਸਾਨਾਂ ਨੂੰ? ਨੁਕਸਾਨ ਕੀ ਮੰਨਦੇ ਹੋ? ਕੀ ਦੇਖੋ, ਇੱਕ ਤਾਂ ਸਾਡੇ ਆੜਤੀਆਂ ਨਾਲ ਬਹੁਤ ਭਾਈਚਾਰਾ ਰਿਸ਼ਤਾ ਖਤਮ ਹੁੰਦਾ ਕਿਉਂਕਿ ਅੱਧੀ ਰਾਤ ਨੂੰ ਵੀ ਕੋਈ ਬਿਮਾਰ ਹੋ ਗਿਆ, ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਕਿਸੇ ਨੂੰ ਕੋਈ ਜ਼ਰੂਰਤ ਪੈ ਗਈ ਤਾਂ ਅਸੀਂ ਕੋਈ ਵੀ ਕਿਸਾਨ ਭਰਾ ਸਾਡਾ ਆੜਤੀਆਂ ਤੋਂ ਸਿੱਧੀ ਜਾ ਕੇ ਪੇਮੈਂਟ ਲੈ ਸਕਦੇ ਨੇ ਅੱਧੀ ਰਾਤ ਨੂੰ ਵੀ। ਸਰਕਾਰ ਕੋਈ ਇਹਦਾ ਹੱਲ ਕੱਢੇ, ਕੋਈ ਅਸੀਂ ਜਦੋਂ ਮਰਜ਼ੀ ਕੋਈ ਏਟੀਐਮ ਮਸ਼ੀਨ ਇਹੋ ਜਿਹੀ ਚਲਾ ਦੇ ਵੀ ਜਿੱਥੇ ਮਰਜ਼ੀ ਕਿਸਾਨ ਵਿੱਚ ਝੁਕੋ ਕੇ ਪੈਸੇ ਲੈ ਸਕਦੇ ਨੇ, ਸਿੱਧਾ ਸਾਡਾ ਰਾਬਤਾ ਟੁੱਟ ਜਾਂਦਾ। ਔਰ ਦੂਸਰਾ, ਬਹੁਤ ਸਾਡੇ ਕਿਸਾਨ ਵੀਰ ਐਸੇ ਨੇ ਜੋ ਠੇਕੇ ਤੇ ਜ਼ਮੀਨਾਂ ਲੈ ਕੇ ਵੇਚਦੇ ਨੇ ਜਾਂ ਜਿਨ੍ਹਾਂ ਦੇ ਹਜੇ ਮਾਲਕੀ ਨਹੀਂ ਚੜੀ ਖਾਤਿਆਂ ਦੇ ਵਿੱਚ, ਜਿਨ੍ਹਾਂ ਦੇ ਬਜ਼ੁਰਗ ਪੂਰੇ ਹੋਏ ਨੇ ਹਜੇ ਤੱਕ ਉਹ ਮਾਲਕੀ ਨਹੀਂ ਆਈ ਜਾਂ ਸਰਕਾਰੀ ਜ਼ਮੀਨਾਂ ਵਾਹ ਰਹੇ ਨੇ, ਉਹਨਾਂ ਦੀ ਪੇਮੈਂਟ ਸਿੱਧੀ ਖਾਤਿਆਂ ਦੇ ਵਿੱਚ ਕਿਵੇਂ ਪਾਈ ਜਾ ਸਕਦੀ ਹੈ? ਜ਼ਮੀਨ ਰਿਕਾਰਡ ਨਹੀਂ ਦੇਵਾਂਗੇ ਤਾਂ ਖਾਤਿਆਂ 'ਚ ਪੈਸੇ ਜ਼ਮੀਨ ਰਿਕਾਰਡ ਵੀ ਮੰਗੇ ਗਏ। ਬਿਲਕੁਲ ਉਹੀ ਗੱਲ ਕਰ ਰਹੇ ਆ ਵੀ ਜਦੋਂ ਮਾਲਕੀ ਜਿਨ੍ਹਾਂ ਦੇ ਮਾਲਕੀ ਦੇ ਰਿਕਾਰਡ ਹੋਣਗੇ ਉਹਨਾਂ ਦੇ ਖਾਤੇ 'ਚ ਪੈਸੇ ਪਾਏ ਜਾਣਗੇ।
ਜਦੋਂ ਉਹਨਾਂ ਦੇ 30 ਤੋਂ 40% ਮਾਲਕੀ ਦੇ ਖਾਤੇ ਪੈਸੇ ਹੈ ਨਹੀਂ। ਦੇਖੋ ਅਗਲੇ ਅਗਰ ਬਜਟ ਨੂੰ ਦੇਖਿਆ ਜਾਵੇ ਤਾਂ 2,33,000 ਕਰੋੜ ਦੀ ਫਸਲ ਚੱਕੀ ਜਾਂਦੀ ਹੈ, 1,15,000 ਕਰੋੜ ਦਾ ਬਜਟ ਰੱਖਿਆ ਐਫਸੀਆਈ ਦਾ, ਤੇ ਬਾਕੀ ਰਹਿੰਦੀ 1,18,000 ਕਰੋੜ ਰੁਪਇਆ ਕਿੱਥੋਂ ਆਏਗਾ? ਤਾਂ ਉਹ ਸਿੱਧਾ ਹੀ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਐਕਟ ਰਚਿਆ ਗਿਆ, ਤਾਂ ਕਿ ਜਦੋਂ ਅਸੀਂ ਉੱਥੇ ਪੈਸੇ ਰਿਕਾਰਡ ਨਹੀਂ ਜਮ੍ਹਾਂ ਕਰਾ ਪਾਵਾਂਗੇ ਤਾਂ ਜਿਹੜੇ ਲੋਕ ਰਿਕਾਰਡ ਨਹੀਂ ਜਮ੍ਹਾਂ ਕਰਾ ਪਾਉਣਗੇ ਉਹਨਾਂ ਨੂੰ ਕਾਰਪੋਰੇਟ ਘਰਾਣਿਆਂ ਨਾਲ ਦੇ ਥਰੂ ਉਹਨਾਂ ਦੀ ਖਰੀਦ ਕਰਾਈ ਜਾਵੇ। ਸੋ ਸਿੱਧਾ ਕਾਰਪੋਰੇਟ ਘਰਾਣਿਆਂ ਨੂੰ ਇਹ ਫਾਇਦਾ ਪਹੁੰਚਾਉਣ ਲਈ ਇਹ ਕਾਨੂੰਨ ਇਹ ਲਾਗੂ ਕੀਤੇ ਗਏ ਨੇ। ਵਿਰੋਧ ਕੀਤਾ ਜਾ ਰਿਹਾ ਹੈ, ਅੱਜ ਐਫਸੀਆਈ ਗੋਦਾਮਾਂ ਦਾ ਘਿਰਾਓ ਕੀਤਾ ਗਿਆ ਹੈ ਤੇ ਦੇਖੋ ਤੁਸੀਂ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਅਜੇ ਪਹੁੰਚ ਰਹੇ ਨੇ। ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਧਰਨਿਆਂ ਦੇ ਵਿੱਚ ਜਿਹੜੀ ਸ਼ਮੂਲੀਅਤ ਹੈ, ਤੁਸੀਂ ਦੇਖਦੇ ਹੋ ਕਿ ਕੇਂਦਰ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਜਿਹੜੇ ਨੇ, ਬਜ਼ੁਰਗ ਵੀ ਨੇ, ਨੌਜਵਾਨ ਵੀ ਨੇ, ਸੋ ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ ਜਿਸ ਫੈਸਲੇ ਦੇ ਵਿੱਚ ਸਿੱਧੀ ਅਦਾਇਗੀ ਦੀ ਗੱਲ ਜਿਹੜੀ ਹੈ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਾਡਾ ਆੜਤੀਆਂ ਦੇ ਨਾਲ ਜਿਹੜਾ ਰਿਸ਼ਤਾ ਹੈ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਦੇ ਨਾਲ ਜਿਹੜੇ ਨਿੱਜੀ ਕੰਪਨੀਆਂ ਨੇ, ਅੰਬਾਨੀ ਅਡਾਨੀ ਦਾ ਜਿਹੜਾ ਨਾਂ ਲੱਗਦਾ ਹੈ, ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਕੇਂਦਰ ਸਰਕਾਰ ਜਿਹੜੀ ਹੈ ਉਹ ਇਹ ਹੱਥ ਕੰਡੇ ਵਰਤ ਰਹੀ ਹੈ। ਜਦੋਂ ਸੁਪਰੀਮ ਕੋਰਟ, ਤੁਹਾਨੂੰ ਯਾਦ ਹੋਵੇਗਾ ਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ, ਸੁਪਰੀਮ ਕੋਰਟ ਨੇ ਤਿੰਨਾਂ ਕਾਨੂੰਨਾਂ ਦੇ ਉੱਤੇ ਸਟੇ ਲਗਾ ਦਿੱਤੀ ਸੀ, ਰੋਕ ਲਗਾ ਦਿੱਤੀ ਸੀ। ਸੁਪਰੀਮ ਕੋਰਟ ਨੇ ਆਖਿਆ ਸੀ ਕਿ ਜਦੋਂ ਤੱਕ ਗੱਲਬਾਤ ਰਾਹੀਂ ਕੋਈ ਮਸਲਾ ਨਹੀਂ ਹੁੰਦਾ, ਕੋਈ ਫੈਸਲੇ ਦੇ ਉੱਤੇ ਦੋਨੇ ਧਿਰਾਂ ਨਹੀਂ ਪਹੁੰਚਦੀਆਂ, ਇਹ ਤਿੰਨੇ ਕਾਨੂੰਨ ਜਿਹੜੇ ਨੇ ਇਹਨਾਂ ਦੇ ਉੱਤੇ ਅਸੀਂ ਰੋਕ ਲਾਉਣ ਦਾ ਐਲਾਨ ਕਰਦੇ ਹਾਂ। ਪਰ ਸੁਪਰੀਮ ਕੋਰਟ ਦੇ ਵੀ ਫੈਸਲੇ ਨੂੰ ਅੱਖੋਂ ਪਰੋਖੋਂ ਕਰਦੇ ਹੋਏ ਕੇਂਦਰ ਸਰਕਾਰ ਜਿਹੜੀ ਹੈ ਉਹ ਹੁਣ ਜਦੋਂ ਵਾਢੀ ਸਿਰ ਦੇ ਉੱਤੇ, ਜਦੋਂ ਕਣਕ ਜਿਹੜੀ ਆ ਫਸਲ ਹੈ ਉਹ ਮੰਡੀਆਂ ਦੇ ਵਿੱਚ ਜਾਣੀ ਹੈ, ਤਾਂ ਇਹ ਫੈਸਲਾ ਜਿਹੜਾ ਕੀਤਾ ਜਾ ਰਿਹਾ ਹੈ ਕਿ ਅਸੀਂ ਅਦਾਇਗੀ ਜਿਹੜੀ ਇਸ ਵਾਰ ਸਿੱਧੀ ਖਾਤਿਆਂ ਦੇ ਵਿੱਚ ਪਾਵਾਂਗੇ। ਸੋ ਵੱਖ-ਵੱਖ ਪਿੰਡਾਂ ਤੋਂ, ਸ਼ਹਿਰਾਂ ਤੋਂ ਇਹ ਕਿਸਾਨ ਤੁਸੀਂ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਪਹੁੰਚਣਾ ਜਾਰੀ ਹੈ। ਇੱਧਰ ਸੜਕਾਂ ਦੇ ਉੱਤੇ ਟਰਾਲੀਆਂ ਤੇ ਕਿਸਾਨ ਹੀ ਜਿਹੜੇ ਨੇ ਨਜ਼ਰ ਆ ਰਹੇ ਨੇ, ਬੀਬੀਆਂ ਵੀ ਨੇ, ਬਜ਼ੁਰਗ ਵੀ ਨੇ, ਬੱਚੇ ਵੀ, ਨੌਜਵਾਨ ਵੀ ਜਿਹੜੇ ਨੇ ਇਸ ਕੇਂਦਰ ਸਰਕਾਰ ਦੇ ਫੈਸਲੇ ਦੇ ਵਿਰੁੱਧ ਜਿਹੜੇ ਨੇ ਉਹ ਡਟੇ ਹੋਏ ਨੇ। ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਕਾਫਲੇ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਤੇ ਗਿਣਤੀ ਜਿਹੜੀ ਹੈ ਉਹ ਵੱਧਦੀ ਗਰਮੀ ਦੇ ਨਾਲ ਵੱਧਦੀ ਜਾ ਰਹੀ ਹੈ। ਸੋ ਪੰਜਾਬ ਦੇ ਕਿਸਾਨ ਪਿਛਲੇ ਸਾਲ ਜੂਨ ਮਹੀਨੇ ਤੋਂ ਸੜਕਾਂ ਦੇ ਉੱਤੇ ਨੇ, ਜਦੋਂ ਤੋਂ ਕੇਂਦਰ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ 3 ਕਾਨੂੰਨ ਅਸੀਂ ਲੈ ਕੇ ਆ ਰਹੇ ਹਾਂ, ਤੇ ਉਦੋਂ ਤੋਂ ਹੀ ਸੜਕਾਂ ਦੇ ਉੱਤੇ ਕਿਸਾਨ ਬੈਠੇ ਹੋਏ ਨੇ। ਜੂਨ ਮਹੀਨੇ ਤੋਂ ਪੰਜਾਬ ਭਰ ਦੇ ਵਿੱਚ ਧਰਨੇ ਚੱਲ ਰਹੇ ਨੇ, ਉਸ ਤੋਂ ਬਾਅਦ ਨਵੰਬਰ ਮਹੀਨੇ 'ਚ ਦਿੱਲੀ ਜਾਣ ਦਾ ਐਲਾਨ ਹੁੰਦਾ ਹੈ ਤੇ ਪਿਛਲੇ 4 ਮਹੀਨਿਆਂ ਤੋਂ ਵੱਧ ਸਮੇਂ ਤੋਂ ਜਿਹੜੇ ਕਿਸਾਨ ਨੇ ਉਹ ਦਿੱਲੀ ਦੇ ਵਿੱਚ ਵੀ ਡਟੇ ਹੋਏ ਨੇ, ਉੱਥੇ ਵੀ ਧਰਨੇ ਲੱਗੇ ਹੋਏ ਨੇ ਤੇ ਇੱਥੇ ਵੀ ਜਿਹੜੇ ਕਿਸਾਨ ਤੁਸੀਂ ਦੇਖੋ ਕਿ ਧਰਨਿਆਂ 'ਚ ਸ਼ਮੂਲੀਅਤ ਕਰ ਰਹੇ ਨੇ। ਤੁਸੀਂ ਵੀ ਜਾ ਕੇ ਆਏ ਸੀ ਦਿੱਲੀ? हाँ दिल्ली जाके आए जी। ਅੱਛਾ, ਕਿੰਨੇ ਫਿਰ ਦਿਨ ਰਹੇ ਤੁਸੀਂ ਉੱਥੇ? मैं 10 दिन रहा जी। हाँ जी। ਤੇ ਹੁਣ ਇੱਥੇ ਜਿਹੜੇ ਧਰਨੇ ਚੱਲਦੇ ਨੇ ਟੋਲ ਪਲਾਜ਼ਿਆਂ ਦੇ ਉੱਤੇ ਜਾਂ ਫਿਰ ਜਿਹੜੇ ਵੱਖ-ਵੱਖ ਸਮੇਂ ਦੇ ਉੱਤੇ ਸੱਦਾ ਦਿੱਤੇ ਜਾਂਦੇ ਨੇ ਜਾਂ ਫਿਰ ਰਿਲਾਇੰਸ ਮਾਲਾਂ ਦੇ ਬਾਹਰ, ਪੈਟਰੋਲ ਪੰਪਾਂ ਦੇ ਬਾਹਰ ਧਰਨੇ ਚੱਲਦੇ ਨੇ, ਉਹਨਾਂ 'ਚ ਸ਼ਮੂਲੀਅਤ ਕਰਦੇ ਹੋ? हाँ जी पक्का जी, डट के रहांगे जिन्ना देर बिल नहीं वापस होंगे जी। हाँ जी। ਇਹ ਜਿਹੜਾ ਕਾਨੂੰਨ ਹੈ ਸਿੱਧੀ ਅਦਾਇਗੀ ਵਾਲਾ, ਇਹਦੇ ਵਿਰੁੱਧ ਕੀ ਸੋਚਦੇ ਹੋ? ਕਿੱਡੀ ਕੁ ਵੱਡੀ ਚਾਲ ਹੈ ਸਰਕਾਰ ਦੀ ਇਹ ਕਿਸਾਨਾਂ ਨੂੰ ਨਿੱਜੀ ਕੰਪਨੀਆਂ ਦੇ ਹੱਥਾਂ 'ਚ ਸੌਂਪਣ ਦੀ? ये पूरी चाल है जी गवर्नमेंट की, यही है भी सीधी रहेगी आड़ती नाल बगैर किसान बच नहीं सकता। हाँ जी। हुण केरा बैंक चो पैसे कढ़ा ले, मुड़ के कोई बीमार हो गया कौन पैसे देगा? हाँ जी। ਸੋ ਬਿਲਕੁਲ, ਕਿਉਂਕਿ ਉਹ ਜਿਹੜਾ ਰਿਸ਼ਤਾ ਹੈ ਕਿ ਅੱਧੀ ਬਾਜ਼ ਦੇ ਉੱਤੇ ਵੀ, ਕਿਉਂਕਿ ਕੋਈ ਵੀ ਐਮਰਜੈਂਸੀ ਪੈਂਦੀ ਹੈ, ਕੋਈ ਵੀ ਲੋੜ ਪੈਂਦੀ ਹੈ, ਜ਼ਮੀਨ ਦਾ ਠੇਕਾ ਦੇਣਾ ਹੈ, ਕੋਈ ਯੂਰੀਆ ਖਾਦ ਖਰੀਦਣੀ ਹੈ ਤੇ ਆੜਤੀ ਦੇ ਕੋਲ ਜਾਂਦੇ ਹੋ ਤੇ ਸਰਕਾਰ ਦੇ ਕੋਲ ਥੋੜੀ ਜਾਓਗੇ। ਹੁਣ ਜੇ ਬੈਂਕ 'ਚ ਕੋਈ ਪੈਸਾ ਨਹੀਂ ਹੋਗਾ ਸਾਨੂੰ ਬੈਂਕ ਕਿੱਥੋਂ ਦੇ ਦੂਗੀ? ਜੇ ਸਾਨੂੰ ਲੋੜ ਹੈ 2 4 20 ਜਾਂ 50,000 ਦੀ ਤਾਂ ਅਸੀਂ ਆੜਤੀ ਕੋਲੇ ਵਗ ਜਾਵਾਂਗੇ ਨਾ। ਹਾਂ, ਬਾਕੀ ਅਸੀਂ ਨਹੀਂ ਕੀ ਕਰਾਂਗੇ ਕਰੇ, ਹੋਰ ਤਾਂ ਕਿਸੇ ਨੇ ਸਾਨੂੰ ਪੈਸਾ ਦੇਣਾ ਨਹੀਂ ਨਾ। ਹਾਂ। ਸੋ ਬਿਲਕੁਲ ਇਹ ਫੈਸਲਾ ਸਿੱਧਾ ਜਿਹੜਾ ਹੈ ਉਹ ਜਿੱਥੇ ਆੜਤੀ ਤੇ ਕਿਸਾਨਾਂ ਦਾ ਰਿਸ਼ਤਾ ਖਤਮ ਕਰਦਾ ਹੈ, ਉੱਥੇ ਹੀ ਉਹਨਾਂ ਕਿਸਾਨਾਂ ਨੂੰ ਜਿਹੜਾ ਹੈ ਮਜਬੂਰ ਹੋਣਾ ਪਵੇਗਾ ਆਪਣੀ ਫਸਲ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਣ ਦੇ ਲਈ ਜਿਨ੍ਹਾਂ ਕੋਲ ਆਪਣੀਆਂ ਜ਼ਮੀਨਾਂ ਦੀ ਮਾਲਕੀ ਨਹੀਂ ਹੈ।
ਬਹੁਤ ਸਾਰੇ ਕਿਸਾਨ ਪੰਜਾਬ ਦੇ ਵਿੱਚ ਠੇਕੇ ਤੇ ਜ਼ਮੀਨ ਵਾਹੁੰਦੇ ਨੇ, ਕਈਆਂ ਦੇ ਨਾਂ ਦੇ ਉੱਤੇ ਮਲਕੀਅਤ ਜਿਹੜੀ ਉਹ ਚੜੀ ਨਹੀਂ ਹੁੰਦੀ। ਸੋ ਅਜਿਹੇ ਕਿਸਾਨ ਜਿਹੜੇ ਨੇ ਉਹ ਕਿੱਥੇ ਜਾਣਗੇ, ਕਿਉਂਕਿ ਅਦਾਇਗੀ ਉਹਨਾਂ ਕਿਸਾਨਾਂ ਨੂੰ ਹੋਵੇਗੀ, ਪੈਸੇ ਉਹਨਾਂ ਕਿਸਾਨਾਂ ਨੂੰ ਸਰਕਾਰ ਦੇਵੇਗੀ ਜਿਨ੍ਹਾਂ ਦੇ ਜ਼ਮੀਨੀ ਰਿਕਾਰਡ ਜਿਹੜੇ ਨੇ ਉਹ ਸਰਕਾਰ ਨੂੰ ਸੌਂਪੇ ਜਾਣਗੇ। ਜਿਹੜੇ ਕਿਸਾਨ ਆਪਣਾ ਜ਼ਮੀਨੀ ਰਿਕਾਰਡ ਸੌਂਪਣ ਦੇ ਵਿੱਚ ਅਸਫਲ ਰਹਿੰਦੇ ਨੇ ਉਹਨਾਂ ਨੂੰ ਅਦਾਇਗੀ ਨਹੀਂ ਕੀਤੀ ਜਾਵੇਗੀ। ਤੁਸੀਂ ਕਿੱਥੋਂ ਆਏ ਹੋ ਜੀ? ਮੰਡੌੜ। ਤੇ ਜਦੋਂ ਤੋਂ ਜੂਨ ਮਹੀਨੇ ਤੋਂ ਧਰਨੇ ਚੱਲ ਰਹੇ ਨੇ ਪੰਜਾਬ ਦੇ ਵਿੱਚ, ਹੁਣ ਅਪ੍ਰੈਲ ਦਾ ਮਹੀਨਾ ਲਗਭਗ ਸਾਲ ਹੋ ਚੁੱਕਿਆ ਕਿ ਸੜਕਾਂ ਦੇ ਉੱਤੇ ਆ, ਹਰ ਜਗ੍ਹਾ ਦੇ ਉੱਤੇ, ਦਿੱਲੀ ਵੀ ਮੈਨੂੰ ਲੱਗਦਾ ਹੈ ਕਿ ਤੁਸੀਂ ਜਾ ਕੇ ਆਏ ਹੋਵੋਗੇ। ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਮੰਨ ਕਿਉਂ ਨਹੀਂ ਰਹੀ? ਸਾਲ ਦੇ ਕਰੀਬ ਹੋ ਗਿਆ ਸਮਾਂ ਸਾਨੂੰ ਧਰਨਿਆਂ ਦਿੰਦਿਆਂ, ਜੂਨ ਮਹੀਨੇ ਤੋਂ ਸਿਲਸਿਲਾ ਸ਼ੁਰੂ ਹੋਇਆ ਸੀ, ਅਪ੍ਰੈਲ ਦਾ ਮਹੀਨਾ ਚੜ ਗਿਆ। ਇਹ ਤਾਂ ਹੈ ਜੀ, ਦੇਖੋ 2 ਮਹੀਨੇ ਤਾਂ ਪਹਿਲਾਂ ਸਾਨੂੰ ਲਗਾਤਾਰ ਪੰਜਾਬ ਦੇ ਵਿੱਚ ਧਰਨੇ ਦਿੰਦਿਆਂ ਨੂੰ ਹੋ ਗਏ ਤੇ ਉਸ ਤੋਂ ਬਾਅਦ ਚ 26 ਨਵੰਬਰ ਨੂੰ ਦਿੱਲੀ ਧਰਨਾ ਸ਼ੁਰੂ ਹੋ ਗਿਆ। 4 ਮਹੀਨੇ ਤੋਂ ਉੱਥੇ ਸਮਾਂ ਹੋ ਗਿਆ। ਮੰਨਦੀ ਤਾਂ ਇਹ ਹੈ ਕਾਰਪੋਰੇਟ ਘਰਾਣਿਆਂ ਦੀ ਵਿਕੀ ਵੀ ਹੈ ਸਰਕਾਰ, ਇਹਦੇ ਕਰਕੇ ਇਹ ਹੁਣ ਉਹਨਾਂ ਦੇ ਕਹੇ ਬਿਨਾ ਕੋਈ ਫੈਸਲਾ ਨਹੀਂ ਲੈਂਦੇ। ਇਹ ਵਿਕ ਚੁੱਕੇ ਨੇ ਸਾਰੀਆਂ, ਮੋਦੀ ਸਰਕਾਰ ਹੈ ਜਿਹੜੀ। ਤੇ ਦੂਸਰਾ ਜਿਹੜਾ ਹੁਣ ਕਿਸਾਨਾਂ ਦਾ ਸੰਘਰਸ਼ ਹੈ ਇਹ ਇੱਕ ਨੇ ਜਾਰੀ ਰਹਿਣਾ, ਜਿੰਨਾ ਚਿਰ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨੀ ਦੇਰ ਤੱਕ ਅਸੀਂ ਇਸੇ ਤਰ੍ਹਾਂ ਹੀ ਸੰਘਰਸ਼ ਚੱਲ ਰਹੂਗਾ ਦਿੱਲੀ ਦੇ ਵਿੱਚ ਵੀ, ਤੇ ਬਾਕੀ ਜਿਹੜੀ ਬੀਜੇਪੀ ਦਾ ਵਿਰੋਧ ਹੈ ਉਹ ਪੂਰੇ ਦੇਸ਼ ਦੇ ਵਿੱਚ ਕਰਾਂਗੇ। ਜਿੰਨਾ ਚਿਰ ਸਾਡੇ ਇਹ ਕਾਲੇ ਕਾਨੂੰਨ ਤਿੰਨੇ ਰੱਦ ਨਹੀਂ ਕਰਦੇ ਉਹਨਾਂ ਚਿਰ ਅਸੀਂ ਪਿੱਛੇ ਨਹੀਂ ਮੁੜਦੇ। ਸੋ ਬਿਲਕੁਲ, ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਕਿਸਾਨ ਪਿੱਛੇ ਨਹੀਂ ਮੁੜਨਗੇ। ਕਿਸਾਨ ਦਿੱਲੀ ਦੇ ਵਿੱਚ ਵੀ ਨੇ, ਕਿਸਾਨ ਟੋਲ ਪਲਾਜ਼ਿਆਂ ਦੇ ਉੱਤੇ ਵੀ ਬੈਠੇ ਨੇ, ਕਿਸਾਨ ਪੈਟਰੋਲ ਪੰਪਾਂ ਦੇ ਉੱਤੇ ਵੀ ਧਰਨੇ ਦੇ ਰਹੇ ਨੇ। ਸੋ ਕਿਸਾਨ ਜਦੋਂ ਕੋਈ ਜਥੇਬੰਦੀਆਂ ਵੱਲੋਂ ਸੱਦਾ ਮਿਲਦਾ ਹੈ ਭਾਰਤ ਬੰਦ ਦਾ, ਪੰਜਾਬ ਬੰਦ ਦਾ, ਕਿਸੇ ਮੰਤਰੀ ਦੇ ਘਰਾਓ ਦਾ, ਕਿਸੇ ਜਗ੍ਹਾ ਦੇ ਘਰਾਓ ਦਾ, ਤਾਂ ਕਿਸਾਨ ਉੱਥੇ ਵੀ ਜਿਹੜੇ ਨੇ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਤਾਂ ਜੋ ਜਥੇਬੰਦੀਆਂ ਦੇ ਹੋਕੇ ਦੇ ਉੱਤੇ ਹਰ ਇੱਕ ਪ੍ਰੋਗਰਾਮ ਨੂੰ ਸਫਲ ਬਣਾਇਆ ਜਾਵੇ ਤੇ ਕੇਂਦਰ ਸਰਕਾਰ ਦੇ ਵਿਰੁੱਧ ਜਿਹੜਾ ਇੱਕ ਬਿਗਲ ਵੱਜਾ ਹੋਇਆ ਇਹਨਾਂ 3 ਕਾਨੂੰਨਾਂ ਦੇ ਖਿਲਾਫ, ਉਹ ਬਿਗਲ ਜਿਹੜਾ ਹੈ ਉਹਦੀ ਆਵਾਜ਼ ਮੱਠੀ ਨਾ ਪੈਣ ਦਿੱਤੀ ਜਾਵੇ ਤੇ ਇਹ ਆਵਾਜ਼ ਦਿਨੋ ਦਿਨ ਹੋਰ ਉੱਚੀ ਕੀਤੀ ਜਾਵੇ। ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਲਗਾਤਾਰ ਪ੍ਰੋਗਰਾਮ ਉਲੀਕ ਰਹੀਆਂ ਨੇ ਤੇ ਦੇਸ਼ ਭਰ ਦੇ ਕਿਸਾਨ ਉਹਨਾਂ ਪ੍ਰੋਗਰਾਮਾਂ ਦੇ ਉੱਤੇ ਫੁੱਲ ਚੜਾਉਂਦੇ ਹੋਏ ਕੇਂਦਰ ਸਰਕਾਰ ਦੇ ਵਿਰੁੱਧ ਲਗਾਤਾਰ ਹੱਲਾ ਬੋਲ ਰਹੇ ਨੇ। ਸਹਿਯੋਗੀ ਗਗਨ ਦੇ ਨਾਲ ਮੈਂ ਸੁਖ ਸੋਹਲ, ਔਨ 에ਅਰ ਟੀਵੀ।